ਹੈਲੋ ਐਵਰੀਵਨ। ਸਾਡਾ ਅੱਜ ਦਾ ਟੌਪਿਕ ਹੈ 12th 5 ਈਅਰ ਪਲਾਨ ਐਂਡ ਐਜੂਕੇਸ਼ਨਲ ਇਨਇਕੁਐਲਿਟੀਜ਼ ਔਰ ਰਿਕਮੈਂਡੇਸ਼ਨਸ ਆਫ 12th 5 ਈਅਰ ਪਲਾਨ ਫਾਰ ਐਜੂਕੇਸ਼ਨਲ ਇਨਇਕੁਐਲਿਟੀਜ਼। 12ਵੀਂ 5 ਸਾਲਾ ਯੋਜਨਾ ਦੇ ਅਧੀਨ ਸਿੱਖਿਆ ਦੇ ਮੌਕਿਆਂ ਨੂੰ ਸਮਾਨ ਬਣਾਉਣ ਲਈ ਕੀ ਰਿਕਮੈਂਡੇਸ਼ਨਸ ਦਿੱਤੀਆਂ ਗਈਆਂ ਨੇ। ਸਾਡੀਆਂ ਜੋ ਵੀ ਯੋਜਨਾਵਾਂ ਹੁਣ ਤੱਕ ਆਈਆਂ ਨੇ ਸਾਰਿਆਂ ਨੇ ਸਿੱਖਿਆ ਦੇ ਸੰਬੰਧ ਵਿੱਚ ਕੋਈ ਨਾ ਕੋਈ ਆਪਣੀਆਂ ਰਿਕਮੈਂਡੇਸ਼ਨਸ ਦਿੱਤੀਆਂ ਨੇ। ਤਾਂ ਕਰੰਟ ਜਿਹੜੀ 5 ਈਅਰ ਪਲਾਨ ਚੱਲ ਰਹੀ ਹੈ ਸਾਡੀ, ਉਸ ਨੇ 5 ਸਾਨੂੰ ਰਿਕਮੈਂਡੇਸ਼ਨਸ 5 ਤਰ੍ਹਾਂ ਦੀਆਂ ਦਿੱਤੀਆਂ ਨੇ। ਪਹਿਲੇ ਨੰਬਰ 'ਤੇ ਹੈਗੀ ਆ ਐਕਸੈਸ ਟੂ ਐਜੂਕੇਸ਼ਨਲ ਓਪਰਚੁਨਿਟੀਜ਼। ਯੋਜਨਾ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਸਾਨੂੰ ਜਿਹੜੇ ਮੌਕੇ ਨੇ ਉਹਨਾਂ ਨੂੰ ਵਧਾਉਣਾ ਚਾਹੀਦਾ ਹੈ। ਦੂਜੇ ਨੰਬਰ 'ਤੇ ਉਹਨਾਂ ਨੇ ਕਿਹਾ ਹੈ ਇਕੁਐਲਿਟੀ ਫਾਰ ਐਜੂਕੇਸ਼ਨ, ਸਾਰਿਆਂ ਲਈ ਸਿੱਖਿਆ ਦੇ ਸਮਾਨ ਮੌਕੇ ਦਿੱਤੇ ਜਾਣ। ਤੀਸਰੇ ਨੰਬਰ 'ਤੇ ਕੀ ਕਿਹਾ ਇਹਨਾਂ ਨੇ ਕਿ ਸਿੱਖਿਆ ਦੇ ਸਮਾਨ ਮੌਕੇ ਦੇਣ ਲਈ ਇਸ ਤਰ੍ਹਾਂ ਦੀਆਂ ਸਟ੍ਰੈਟਜੀਜ਼ ਬਣਾਈਆਂ ਜਾਣ ਜੋ ਕਿ ਅੱਗੇ ਜਾ ਕੇ ਸਿੱਖਿਆ ਨੂੰ ਇਕੁਅਲ ਅਵਸਥਾ 'ਚ ਲੈ ਕੇ ਆਉਣ। ਫਿਰ ਅੱਗੇ ਇਹਨਾਂ ਨੇ ਰਿਕਮੈਂਡੇਸ਼ਨ ਦਿੱਤੀ ਹੈ ਐਕਸੈਸ ਐਂਡ ਇਕੁਇਟੀ ਐਟ ਸਕੂਲ ਲੈਵਲ। ਸਕੂਲ ਲੈਵਲ ਦੇ ਉੱਤੇ ਐਜੂਕੇਸ਼ਨ ਦੀ ਸਮਾਨਤਾ ਅਤੇ ਬਰਾਬਰ ਦੇ ਮੌਕਿਆਂ ਤੱਕ ਪਹੁੰਚ ਕਿਵੇਂ ਬਣਾਈ ਜਾ ਸਕਦੀ ਹੈ। ਫਿਰ ਅੱਗੇ ਇਹਨਾਂ ਨੇ ਇੱਕ ਰਿਕਮੈਂਡੇਸ਼ਨ ਹਾਇਰ ਐਜੂਕੇਸ਼ਨ ਵਾਸਤੇ ਦਿੱਤੀ ਹੈ, ਜਿਹਦੇ ਵਿੱਚ ਕਿਹਾ ਗਿਆ ਹੈ ਕਿ ਹਾਇਰ ਐਜੂਕੇਸ਼ਨ ਦੇ ਵਿੱਚ ਤੁਸੀਂ ਆਪਣੀ ਜਿਹੜੀ ਪਹੁੰਚ ਆ ਬੱਚਿਆਂ ਦੀ ਉਹ ਕਿਵੇਂ ਵਧਾਈ ਜਾ ਸਕਦੀ ਹੈ। ਤਾਂ ਸਭ ਤੋਂ ਪਹਿਲਾਂ ਸਾਡਾ ਪੁਆਇੰਟ ਹੈਗਾ ਐਕਸੈਸ ਟੂ ਐਜੂਕੇਸ਼ਨਲ ਓਪਰਚੁਨਿਟੀਜ਼, ਸਿੱਖਿਆ ਦੇ ਮੌਕਿਆਂ ਤੱਕ ਪਹੁੰਚਾਉਣਾ। ਤਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਬੱਚੇ ਨੇ ਉਹ ਪ੍ਰਾਇਮਰੀ ਲੈਵਲ ਤੱਕ ਤਾਂ ਆਪਣੀ ਐਜੂਕੇਸ਼ਨ ਪ੍ਰਾਪਤ ਕਰ ਲੈਂਦੇ ਨੇ, ਪਰ ਉਸ ਤੋਂ ਬਾਅਦ ਨੇ ਜਿਹੜੇ ਉਹ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਫੇਸ ਕਰਦੇ ਹੋਏ ਆਪਣੀ ਪੜ੍ਹਾਈ ਆ ਜਿਹੜੀ ਉਹ ਵਿੱਚ ਵਿਚਾਲੇ ਛੱਡ ਜਾਂਦੇ ਨੇ। ਤਾਂ ਇਸ ਤਰ੍ਹਾਂ ਦੇ ਬੱਚਿਆਂ ਨੂੰ ਆਇਡੈਂਟੀਫਾਈ ਕਰਨਾ, ਉਹਨਾਂ ਦੀਆਂ ਪ੍ਰੋਬਲਮਸ ਸੋਲਵ ਕਰਨੀਆਂ ਅਤੇ ਉਹਨਾਂ ਤੱਕ ਅੱਗੇ ਸਕੂਲ ਦੀ ਸਿੱਖਿਆ ਜਿਹੜੀ ਉਹ ਚਾਲੂ ਰੱਖਣ ਲਈ ਉਹਨਾਂ ਨੂੰ ਮੌਕੇ ਦੇਣੇ। ਨੈਕਸਟ ਹੈਗਾ ਪੀਪਲ ਟੀਚਰ ਰੇਸ਼ੋ, ਵਿਦਿਆਰਥੀ ਅਧਿਆਪਕ ਰੇਸ਼ੋ। ਤਾਂ ਕਮੇਟੀ ਵਿੱਚ ਇਹ ਕਿਹਾ ਗਿਆ ਹੈ ਕਿ ਵਿਦਿਆਰਥੀ ਅਧਿਆਪਕ ਦਾ ਜਿਹੜਾ ਰੇਸ਼ੋ ਆ, ਵਿਦਿਆਰਥੀ ਅਧਿਆਪਕ ਦੀ ਗਿਣਤੀ ਹੈ ਜਿਹੜੀ ਉਹ ਇਸ ਤਰ੍ਹਾਂ ਹੋਵੇ ਕਿ ਬੱਚੇ ਜਿਹੜੇ ਨੇ ਉਹਨਾਂ ਦਾ ਇੰਟਰਸਟ ਆ ਜਿਹੜਾ ਉਹ ਸਕੂਲ ਦੇ ਵਿੱਚ ਬਣਿਆ ਰਹੇ, ਐਜੂਕੇਸ਼ਨ ਦੇ ਵਿੱਚ ਬਣਿਆ ਰਹੇ ਅਤੇ ਉਹਨਾਂ ਤੱਕ ਸਹੀ ਸਿੱਖਿਆ ਦੀ ਪਹੁੰਚ ਹੋ ਸਕੇ। ਅੱਗੇ ਇਹਨਾਂ ਨੇ ਰਿਕਮੈਂਡ ਕੀਤਾ ਹੈ ਮੋਨੀਟਰਿੰਗ ਆਫ ਸਕੂਲ ਸਿਸਟਮ, ਸਕੂਲ ਸਿਸਟਮ ਨੂੰ ਦੁਬਾਰਾ ਤੋਂ ਜਾਂਚਣਾ, ਮੋਨੀਟਰ ਕਰਨਾ। ਸਕੂਲ ਸਿਸਟਮ ਦਾ ਜਿਹੜਾ ਇਹ ਜਾਂਚ ਪੜਤਾਲ ਕਰਕੇ ਉਹਦੇ ਵਿੱਚ ਜੋ ਵੀ ਕਮੀਆਂ ਨੇ ਉਹਨਾਂ ਨੂੰ ਦੂਰ ਕਰਨਾ। ਇੰਪਰੂਵਮੈਂਟ ਇਨ TLP, ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਸੁਧਾਰ ਲੈ ਕੇ ਆਉਣਾ। ਫਿਰ ਅੱਗੇ ਹੈਗਾ ਇੰਪਰੂਵਮੈਂਟ ਆਫ ਲਰਨਿੰਗ ਆਊਟਕਮਸ, ਬੱਚਿਆਂ ਦੇ ਪ੍ਰੀਖਣਾਂ ਨੂੰ ਜਾਂਚਣਾ, ਪਰਿਣਾਮਾਂ ਨੂੰ ਜਾਂਚਣਾ, ਤਾਂ ਜੋ ਬੱਚੇ ਨੇ ਜਿਹੜੇ ਜ਼ਿਆਦਾ ਗਿਣਤੀ 'ਚ ਫੇਲ ਨਾ ਹੋਣ। ਫੇਲ ਕਿਉਂ ਹੋ ਰਹੇ ਨੇ ਇਹਨਾਂ ਦੇ ਕਾਰਨਾਂ ਨੂੰ ਦੇਖਣਾ ਅਤੇ ਉਹਨਾਂ ਨੂੰ ਅੱਗੇ ਪ੍ਰਮੋਟ ਕਰਨਾ, ਅਗਲੀਆਂ ਕਲਾਸਾਂ ਦੇ ਵਿੱਚ ਪ੍ਰਮੋਟ ਕਰਨਾ, ਤਾਂ ਜੋ ਜਿਹੜੀ ਸਟੈਗਨੇਸ਼ਨ ਆ ਜਾਂ ਜਿਹੜਾ ਗੈਪ ਆ ਉਹ ਭਰਿਆ ਜਾ ਸਕੇ। ਸੈਕਿੰਡ ਰਿਕਮੈਂਡੇਸ਼ਨ ਦੇ ਅਕੋਰਡਿੰਗ ਅਸੀਂ ਕਹਾਂਗੇ ਕਿ ਜਿਹੜੀ ਇਕੁਇਟੀ ਆ ਐਜੂਕੇਸ਼ਨ ਦੇ ਵਿੱਚ ਉਹ ਸਥਾਪਿਤ ਕਰਨ ਲਈ ਕੀ ਯਤਨ ਕੀਤੇ ਜਾਣੇ ਚਾਹੀਦੇ ਨੇ। ਅਟੈਂਸ਼ਨ ਟੂ ਸਬ ਗਰੁੱਪਸ ਆਫ ਵੀਕਰ ਸੈਕਸ਼ਨ, ਜਿਹੜੇ ਕਮਜ਼ੋਰ ਵਰਗ ਨੇ ਉਹਨਾਂ ਦੇ ਸਹਿ ਗਰੁੱਪ ਨੇ, ਜਿਹੜੇ ਸਹਿ ਸਮੂਹ ਨੇ, ਉਹਨਾਂ ਲਈ ਸਪੈਸ਼ਲ ਅਟੈਂਸ਼ਨ ਦਿੱਤੀ ਜਾਣੀ ਚਾਹੀਦੀ ਹੈ। ਇਹਦੇ ਵਿੱਚ ਤੁਸੀਂ ਮੁਸਲਿਮ ਵਰਗ ਲੈ ਸਕਦੇ ਹੋ, ਵੀਕਰ ਸੈਕਸ਼ਨ ਦੇ ਵਿੱਚ ਤੁਸੀਂ ਗਰਲਜ਼ ਦੀ ਐਜੂਕੇਸ਼ਨ ਲੈ ਸਕਦੇ ਹੋ, SC ST ਦੀ ਐਜੂਕੇਸ਼ਨ ਲੈ ਸਕਦੇ ਹੋ। ਤਾਂ ਇਹਨਾਂ ਲਈ ਸਪੈਸ਼ਲ ਅਟੈਂਸ਼ਨ ਦੇਣ ਦਾ ਪ੍ਰੋਵੀਜ਼ਨ ਕਿਹਾ ਉਹਨਾਂ ਨੇ। ਫਿਰ ਹੈਗਾ ਅਟੈਂਸ਼ਨ ਟੂ ਸਿਵਲ ਸਟਰਾਈਫ ਅਫੈਕਟਡ ਏਰੀਆਜ਼, ਨਾਗਰਿਕ ਸੰਘਰਸ਼ ਖੇਤਰਾਂ ਦੇ ਵਿੱਚ ਸਪੈਸ਼ਲ ਧਿਆਨ ਦੇਣਾ, ਜਿਹਦੇ ਵਿੱਚ ਲੋਕ ਸਿਵਲ ਸਟਰਾਈਫ ਅਫੈਕਟਡ ਏਰੀਆਜ਼ ਉਹ ਹੁੰਦੇ ਨੇ ਜਿਹਦੇ ਵਿੱਚ ਲੋਕ ਆਪਣੀ ਰੋਜ਼ੀ ਰੋਟੀ ਲਈ ਸੰਘਰਸ਼ ਕਰਦੇ ਨੇ। ਤਾਂ ਇਹਨਾਂ ਨੂੰ ਅੱਗੇ ਇਸ ਤਰ੍ਹਾਂ ਦੇ ਏਰੀਆਜ਼ ਨੂੰ ਡਿਵੈਲਪਮੈਂਟ ਕਰਨੀ ਔਰ ਐਜੂਕੇਸ਼ਨਲ ਓਪਰਚੁਨਿਟੀਜ਼ ਪ੍ਰੋਵਾਈਡ ਕਰਨੀਆਂ। ਬ੍ਰਿਜਿੰਗ ਦਾ ਗੈਪ ਦੂਰ ਕਰਨਾ, ਜਿਹੜਾ ਪਾੜਾ ਏ
ਅਮੀਰ ਗਰੀਬ ਦੀ ਐਜੂਕੇਸ਼ਨ ਦਾ ਉਸ ਨੂੰ ਦੂਰ ਕਰਨਾ। ਇਸ ਤਰ੍ਹਾਂ ਦੀਆਂ ਰਣਨੀਤੀਆਂ ਬਣਾਉਣੀਆਂ ਕਿ ਜਿਹੜੀ ਐਜੂਕੇਸ਼ਨ ਆ ਉਹ ਗਰੀਬ ਤੋਂ ਗਰੀਬ ਬੰਦੇ ਤੱਕ ਪਹੁੰਚ ਸਕੇ। ਹੋਰ ਕੀ ਸਟ੍ਰੈਟਜੀਜ਼ ਨੇ ਜਿਹੜੀਆਂ ਉਹ ਬਣਾਉਣੀਆਂ ਚਾਹੀਦੀਆਂ ਨੇ? ਐਕਸੈਸ ਟੂ ਐਲੀਮੈਂਟਰੀ ਐਜੂਕੇਸ਼ਨ ਤੱਕ ਪਹੁੰਚ ਸਾਰੇ ਬੱਚੇ ਨੇ ਜਿਹੜੇ ਉਹ ਕਮ ਸੇ ਕਮ ਪ੍ਰਾਇਮਰੀ ਸਿੱਖਿਆ ਤੱਕ ਪਹੁੰਚਣੇ ਚਾਹੀਦੇ ਨੇ। ਇਸ ਲਈ ਜਿਹੜੀਆਂ ਬਹੁਤ ਸਾਰੀਆਂ ਪਾਲਿਸੀਜ਼ ਨੇ ਗੌਰਮੈਂਟ ਦੀਆਂ ਉਹ ਵੀ ਚੱਲ ਰਹੀਆਂ ਨੇ ਜਾਂ ਚੱਲੀਆਂ ਨੇ ਪਹਿਲਾਂ ਵਾਲੇ ਸਮਿਆਂ ਦੇ ਵਿੱਚ, ਜਿਨ੍ਹਾਂ ਨੂੰ ਅੱਗੇ ਘੋਖਣ ਪੜਤਾਲ ਕਰਨ ਦੀ ਜ਼ਰੂਰਤ ਹੈ। ਫਿਰ ਹੈਗਾ ਪਾਰਟੀਸਪੇਸ਼ਨ। ਤਾਂ ਐਲੀਮੈਂਟਰੀ ਐਜੂਕੇਸ਼ਨ ਦੇ ਵਿੱਚ ਪਹੁੰਚ ਕਰਵਾਉਣੀ, ਬੱਚਿਆਂ ਦੀ ਪਾਰਟੀਸਪੇਸ਼ਨ, ਉਹਨਾਂ ਦੀ ਹਾਜ਼ਰੀ ਕਿੰਨੀ ਆ, ਰਿਟੈਂਸ਼ਨ, ਉਹਨਾਂ ਦੀ ਸ਼ਮੂਲੀਅਤ ਕਿੰਨੀ ਆ, ਉਹਨਾਂ ਦੀਆਂ ਪ੍ਰਾਪਤੀਆਂ ਕਿੰਨੀਆਂ ਨੇ, ਕਿੰਨੇ ਬੱਚੇ ਪਾਸ ਕਿੰਨੇ ਫੇਲ, ਕੰਪਲੀਸ਼ਨ ਆਫ ਐਲੀਮੈਂਟਰੀ ਐਜੂਕੇਸ਼ਨ ਹੈ ਜਿਹੜੀ ਉਹਨੂੰ ਸਕਸੈਸਫੁਲ ਕੰਪਲੀਟ ਕਰਨਾ। ਇਸ ਤੋਂ ਅੱਗੇ ਅਸੀਂ ਗੱਲ ਕਰਾਂਗੇ ਐਕਸੈਸ ਐਂਡ ਇਕੁਇਟੀ ਐਟ ਸਕੂਲ ਲੈਵਲ ਦੇ ਉੱਤੇ ਜਿਹੜੀ ਸਮਾਨਤਾ ਤੇ ਸਿੱਖਿਆ ਤੱਕ ਪਹੁੰਚ ਲਈ ਕੀ ਕਦਮ ਚੁੱਕਣੇ ਜਾਣੇ ਚਾਹੀਦੇ ਨੇ। ਸਭ ਤੋਂ ਪਹਿਲਾਂ ਹੈਗਾ ਟਾਰਗੇਟਿੰਗ ਆਊਟ ਆਫ ਸਕੂਲ ਚਿਲਡਰਨ। ਜਿਹੜੇ ਸਕੂਲ ਤੋਂ ਬਾਹਰਲੇ ਬੱਚੇ ਨੇ ਉਹਨਾਂ ਨੂੰ ਟਾਰਗੇਟ ਕਰਨਾ, ਉਹਨਾਂ ਪ੍ਰਤੀ ਵਿਸ਼ੇਸ਼ ਧਿਆਨ ਦੇਣਾ। ਫਿਰ ਹੈਗਾ ਰੈਜ਼ੀਡੈਂਸ਼ੀਅਲ ਸਕੂਲ। ਜਿਹੜੇ ਮਾਈਗ੍ਰੇਟਿੰਗ ਕਮਿਊਨਿਟੀਜ਼ ਨੇ ਜਿਹੜੀਆਂ ਇੱਕ ਜਗ੍ਹਾ ਨਹੀਂ ਟਿਕੇ ਰਹਿੰਦੀਆਂ, ਤਾਂ ਉਹਨਾਂ ਲਈ ਸਪੈਸ਼ਲ ਚੀਜ਼ ਹੁੰਦੀ ਹੈ ਕਿ ਰੈਜ਼ੀਡੈਂਸ਼ੀਅਲ ਸਕੂਲ ਖੋਲ੍ਹੇ ਜਾਣ ਤਾਂ ਕਿ ਉਹ ਸੈਕਸ਼ਨ ਹੈ ਜਿਹੜਾ ਸੁਸਾਇਟੀ ਦਾ ਉਹ ਵੀ ਸਿੱਖਿਆ ਤੱਕ ਪਹੁੰਚ ਸਕੇ। ਇਸ ਤਰ੍ਹਾਂ ਦੇ ਬੱਚੇ ਨੇ ਜਿਹੜੇ ਉਹ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਪੜ੍ਹਾਏ ਜਾਣੇ ਚਾਹੀਦੇ ਨੇ। ਫਿਰ ਹੈਗਾ ਸਪੈਸ਼ਲ ਪ੍ਰੋਵੀਜ਼ਨ ਫਾਰ CWSN ਮੀਨਜ਼ ਚਿਲਡਰਨ ਵਿਦ ਸਪੈਸ਼ਲ ਨੀਡਸ। ਤਾਂ ਜਿਹੜੇ ਬੱਚੇ ਸਪੈਸ਼ਲ ਨੀਡਸ ਵਾਲੇ ਨੇ, ਜਿਵੇਂ ਡਫ ਡੈਮ ਹੋ ਗਏ, ਤਾਂ ਇਹਨਾਂ ਦੀਆਂ ਜਿਹੜੀ ਐਜੂਕੇਸ਼ਨ ਲਈ ਸਪੈਸ਼ਲ ਪ੍ਰੋਵੀਜ਼ਨ ਹੋਣਾ ਚਾਹੀਦਾ। ਇਹਨਾਂ ਦੀਆਂ ਹੈਲਥ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਇਹਨਾਂ ਨੂੰ, ਔਰ ਇਹਨਾਂ ਨੂੰ ਉਸ ਤਰ੍ਹਾਂ ਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਜੋ ਇਹਨਾਂ ਨੂੰ ਸਹੀ ਢੰਗ ਨਾਲ ਐਜੂਕੇਟ ਕਰ ਸਕਣ। ਟ੍ਰੇਨਿੰਗ ਵਾਲਾ ਸਟਾਫ, ਜਿਹੜੀਆਂ ਇੰਸਟੀਟਿਊਸ਼ਨ ਦੀਆਂ ਜਿਵੇਂ ਤੁਹਾਡਾ ਇਕੁਇਪਮੈਂਟਸ ਇਸ ਤਰ੍ਹਾਂ ਦੇ ਹੋਣ ਜਾਂ ਕਿਤਾਬਾਂ ਇਸ ਤਰ੍ਹਾਂ ਦੀਆਂ ਹੋਣ ਜਿਹਦੇ ਨਾਲ ਕਿ ਇਹ ਬੱਚੇ ਨੇ ਜਿਹੜੇ ਸਿੱਖ ਸਕਣ। ਫਿਰ ਹੈਗਾ ਸਪੈਸ਼ਲ ਫੋਕਸ ਔਨ ਐਜੂਕੇਸ਼ਨ ਫਾਰ ਗਰਲਜ਼ ਦੀ ਐਜੂਕੇਸ਼ਨ 'ਤੇ ਸਪੈਸ਼ਲ ਧਿਆਨ ਦੇਣਾ। ਨੈਕਸਟ ਹੈਗਾ ਅਦਰ ਐਫਰਟਸ। ਦੂਸਰੇ ਜਿਹੜੇ ਢੰਗ ਨੇ ਜਾਂ ਦੂਸਰੇ ਜਿਹੜੇ ਅਸੀਂ ਕਹਿੰਦੇ ਹਾਂ ਕਿ ਕੰਮ ਨੇ ਉਹ ਕੀਤੇ ਜਾਣੇ ਚਾਹੀਦੇ ਨੇ। ਇੰਪਰੂਵਮੈਂਟ ਇਨ SPQEM ਮੀਨਜ਼ ਸਪੈਸ਼ਲ ਪ੍ਰੋਵੀਜ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਮੁਸਲਿਮ ਜਿਹੜੀ ਕੈਟਾਗਰੀ ਹੈ ਉਹਨਾਂ ਦੀ ਇੰਪਰੂਵਮੈਂਟ ਲਈ ਸਪੈਸ਼ਲ ਪ੍ਰੋਵੀਜ਼ਨ ਹੋਣੇ ਚਾਹੀਦੇ ਨੇ ਐਜੂਕੇਸ਼ਨ 'ਚ। ਉਹਨਾਂ ਲਈ ਵਿਸ਼ੇਸ਼ ਸਕੂਲਾਂ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ। ਇਕਨੋਮਿਕ ਹੈਲਪ ਟੂ ਇੰਸਟੀਟਿਊਸ਼ਨਸ, ਉਸ ਤਰ੍ਹਾਂ ਦੀਆਂ ਇੰਸਟੀਟਿਊਸ਼ਨਸ ਨੂੰ ਇਕਨੋਮਿਕ ਹੈਲਪ ਦਿੱਤੀ ਜਾਣੀ ਚਾਹੀਦੀ ਹੈ। ਫਿਰ ਹੈਗਾ ਇੰਪਰੂਵਮੈਂਟ ਇਨ SS ਨੋਰਮਸ। SSA ਦੇ ਨੋਰਮ ਨੇ ਜਿਹੜੇ ਸਰਵ ਸਿੱਖਿਆ ਅਭਿਆਨ ਦੇ ਨੋਰਮਸ ਨੇ ਜਿਹੜੇ ਉਹਨਾਂ ਦੇ ਵਿੱਚ ਸੁਧਾਰ ਲੈ ਕੇ ਆਉਣ ਦੀ ਜ਼ਰੂਰਤ ਹੈ। ਜਿੱਥੇ 6 ਤੋਂ 14 ਸਾਲ ਤੱਕ ਦੇ ਬੱਚਿਆਂ ਦੀ ਐਜੂਕੇਸ਼ਨ ਦੀ ਗੱਲ ਕਹੀ ਗਈ ਆ, ਉੱਥੇ ਥੋੜ੍ਹੀ ਜਿਹੀ ਉਹਨਾਂ ਨੂੰ ਹੋਰ ਇੰਪਰੂਵਮੈਂਟ ਦੀ ਜ਼ਰੂਰਤ ਹੈ। ਨੈਕਸਟ ਹੈਗਾ ਐਕਸੈਸ ਐਂਡ ਇਕੁਇਟੀ ਐਟ ਹਾਇਰ ਐਜੂਕੇਸ਼ਨ। ਤਾਂ ਹਾਇਰ ਐਜੂਕੇਸ਼ਨ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਲੈਸ ਪਾਰਟੀਸਪੇਸ਼ਨ ਆਫ SCs, STs ਐਂਡ OBCs। ਅਸੀਂ ਦੇਖਦੇ ਹਾਂ ਕਿ ਇਹ ਜਿਹੜੀਆਂ ਕੈਟਾਗਰੀਜ਼ ਨੇ ਹਾਇਰ ਐਜੂਕੇਸ਼ਨ ਦੇ ਵਿੱਚ ਇਹ ਬਹੁਤ ਘੱਟ ਪਾਰਟੀਸਪੇਸ਼ਨ ਕਰਦੀਆਂ ਨੇ। ਤਾਂ ਇਹਨਾਂ ਲਈ ਸਪੈਸ਼ਲ ਪ੍ਰੋਵੀਜ਼ਨ ਹੋਣਾ ਚਾਹੀਦਾ ਕਿ ਇਹ ਬੱਚੇ ਨੇ ਜਿਹੜੇ ਅੱਗੇ ਆਉਣ ਔਰ ਹਾਇਰ ਐਜੂਕੇਸ਼ਨ ਪ੍ਰਾਪਤ ਕਰਨ। ਨੈਕਸਟ ਹੈਗਾ ਐਕਸਪੈਂਸ਼ਨ ਆਫ ਹਾਇਰ ਐਜੂਕੇਸ਼ਨ ਦਾ ਵਿਸਥਾਰ ਕੀਤਾ ਜਾਣਾ ਚਾਹੀਦਾ ਹੈ। ਕੋਰਸਾਂ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਸਕਿੱਲ ਬੇਸਡ ਪ੍ਰੋਗਰਾਮ ਚਲਾਏ ਜਾਣੇ ਚਾਹੀਦੇ ਨੇ ਤਾਂ ਜੋ ਬੱਚੇ ਨੇ ਜਿਹੜੇ ਉਹ ਇੰਟਰਸਟ ਨਾਲ ਵੋਕੇਸ਼ਨ ਦੇ ਲੈਵਲ ਦੇ ਉੱਤੇ ਆਪਣੀ ਐਜੂਕੇਸ਼ਨ ਹੈ ਜਿਹੜਾ ਹਾਇਰ ਐਜੂਕੇਸ਼ਨ ਉਸ ਨੂੰ ਹਾਸਿਲ ਕਰ ਸਕਣ ਅਤੇ ਰੁਜ਼ਗਾਰ ਵੱਲ ਨੂੰ ਵੱਧ ਸਕਣ। ਫਿਰ ਹੈਗਾ ਰਿਵੀਜ਼ਨ ਆਫ ਪ੍ਰੀਵੀਅਸ ਸਕੀਮਜ਼।
ਪ੍ਰੀਵੀਅਸ ਸਕੀਮਸ ਦੀ ਰਿਵੀਜ਼ਨ ਕੀਤੀ ਜਾਣੀ ਚਾਹੀਦੀ ਆ, ਦੁਬਾਰਾ ਤੋਂ ਘੋਖਣਾ ਪੜਤਾਲਣਾ ਚਾਹੀਦਾ ਇਹਨਾਂ ਨੂੰ। ਇਹਨਾਂ ਦੇ ਵਿੱਚ ਅਸੀਂ ਕੀ ਕਹਿ ਸਕਦੇ ਹਾਂ, ਸਕਾਲਰਸ਼ਿਪਸ, ਵਜ਼ੀਫੇ, ਇਕਨੋਮਿਕ ਏਡ, ਆਰਥਿਕ ਸਹਾਇਤਾ, ਐਡਮਿਸ਼ਨ ਪਾਲਿਸੀ, ਜਿਹੜੀ ਐਡਮਿਸ਼ਨ ਪ੍ਰਤੀ ਪਾਲਿਸੀ ਬਣਾਈ ਗਈ ਆ ਉਸ ਨੂੰ ਜਾਂਚਣਾ ਪੜਤਾਲਣਾ ਚਾਹੀਦਾ ਹੈ। ਸਕਾਲਰਸ਼ਿਪ ਜੋ ਮੈਰਿਟ ਦੇ ਵਿੱਚ ਬੱਚੇ ਆਉਂਦੇ ਨੇ ਜਾਂ ਜੋ ਵੀ ਬੱਚੇ ਸਕਾਲਰਸ਼ਿਪ ਦੇ ਅਧੀਨ ਆਉਂਦੇ ਨੇ ਤਾਂ ਉਹਨਾਂ ਨੂੰ ਸਕਾਲਰਸ਼ਿਪ ਨੇ ਜਿਹੜੇ ਉਹ ਮਿਲਣੇ ਚਾਹੀਦੇ ਨੇ। ਜੋ ਵੀ ਸੰਸਥਾਵਾਂ ਨੇ ਜਿਹੜੀਆਂ ਹਾਇਰ ਐਜੂਕੇਸ਼ਨ ਨੂੰ ਪ੍ਰਮੋਟ ਕਰਦੀਆਂ ਨੇ, ਚਾਹੇ ਉਹ ਪ੍ਰਾਈਵੇਟ ਨੇ, ਚਾਹੇ ਉਹ ਏਡਡ ਨੇ, ਚਾਹੇ ਗੌਰਮੈਂਟ ਨੇ, ਉਹ ਸਾਰਿਆਂ ਨੂੰ ਕੀ ਆ, ਇਕਨੋਮਿਕ ਏਡ ਮਿਲਣੀ ਚਾਹੀਦੀ ਆ। ਐਡਮਿਸ਼ਨ ਪਾਲਿਸੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਕਿ ਬੱਚੇ ਨੇ ਜਿਹੜੇ ਉਹ ਹਾਇਰ ਐਜੂਕੇਸ਼ਨ ਵੱਲ ਈਜ਼ੀਲੀ ਜਾ ਸਕਣ। ਇੰਨਾ ਔਖਾ ਸਾਨੂੰ ਪ੍ਰੋਸੀਜਰ ਨਹੀਂ ਕਰਨਾ ਚਾਹੀਦਾ ਕਿ ਬੱਚੇ ਹਾਇਰ ਐਜੂਕੇਸ਼ਨ ਵੱਲ ਨੂੰ ਨਾ ਵੱਧ ਸਕਣ, ਸਿਰਫ ਸਕੂਲਿੰਗ ਤੱਕ ਹੀ ਸੀਮਿਤ ਰਹਿ ਸਕਣ। ਤਾਂ ਇਹ ਸੀਗਾ 12th 5 ਈਅਰ ਪਲਾਨ ਦੇ ਵਿੱਚ ਕੀ ਜਿਹੜੀਆਂ ਰਿਕਮੈਂਡੇਸ਼ਨਸ ਨੇ ਸਾਨੂੰ ਐਜੂਕੇਸ਼ਨ ਦੇ ਲੈਵਲ ਦੇ ਉੱਤੇ ਦਿੱਤੀਆਂ ਗਈਆਂ ਨੇ ਤਾਂ ਜੋ ਹਰੇਕ ਬੱਚਾ ਹੈ ਜਿਹੜਾ ਉਹ ਸਿੱਖਿਆ ਤੱਕ ਪਹੁੰਚ ਸਕੇ ਅਤੇ ਸਿੱਖਿਆ ਹਾਸਲ ਕਰ ਸਕੇ। ਇਟਸ ਓਕੇ।